ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਪਹਿਲਾ। ਸੋ ਪਾਵਨ ਆਸਾ ਕੀ ਵਾਰ ਅੰਦਰ 8 ਸ਼ਲੋਕ ਸਰਵਣ ਕਰਨ ਉਪਰੰਤ ਅੱਜ 9ਵੇਂ ਸ਼ਲੋਕ ਅੰਦਰ ਗਰੀਬ ਨਵਾਜ ਹਜੂਰ ਦਾਤਾਰ ਜੋ ਆਸੀਸ ਬਖਸ਼ਿਸ਼ ਕਰਦੇ ਨੇ, ਰਹਿਮਤਾਂ ਦੇ ਘਰ ਵਿੱਚ ਆ ਕਰਕੇ ਸਾਹਿਬ ਅੱਜ ਦੇ ਇਸ ਪਾਵਨ ਸ਼ਲੋਕ ਅੰਦਰ ਸੰਸਾਰ ਦੇ ਉੱਤੇ ਉਹਨਾਂ ਮਨੁੱਖਾਂ ਦਾ ਜ਼ਿਕਰ ਕਰਨਗੇ ਜਿਨ੍ਹਾਂ ਨੇ ਪੜ੍ਹਿਆ ਬਹੁਤ ਕੁਝ ਹੈ, ਪਰ ਪੜ੍ਹਨ ਤੋਂ ਉਪਰੰਤ ਹੰਕਾਰੀ ਹੋ ਗਏ ਨੇ। ਹੋਣਾ ਇਸ ਤਰ੍ਹਾਂ ਚਾਹੀਦਾ ਸੀ ਕਿ ਪੜ੍ਹਨ ਤੋਂ ਉਪਰੰਤ ਆਤਮਿਕ ਗਿਆਨ ਦੀ ਸੋਝੀ ਹੁੰਦੀ। ਹੋਣਾ ਇੰਝ ਚਾਹੀਦਾ ਸੀ ਸਵੈ ਸਰੂਪ ਦਾ ਗਿਆਨ ਹੁੰਦਾ। ਹੰਕਾਰ ਜ਼ਿੰਦਗੀ ਦੇ ਵਾਸਤੇ ਦੁਖਦਾਇਕ ਹੈ, ਇਸ ਹੰਕਾਰ ਤੋਂ ਛੁੱਟਿਆ ਜਾਂਦਾ, ਪਰ ਪੜ੍ਹਨ ਦੇ ਨਾਲ ਹੀ ਕਈਆਂ ਦੇ ਅੰਦਰ ਹੰਕਾਰ ਪੈਦਾ ਹੋ ਗਿਆ। ਸੋ ਇੰਝ ਗਰੀਬ ਨਵਾਜ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਪਾਵਨ ਸ਼ਲੋਕ ਤੋਂ ਪਹਿਲਾਂ ਵਿਦਵਾਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਦਫਾ ਆਪਣੀਆਂ ਉਦਾਸੀਆਂ ਦੇ ਉੱਤੇ ਵਿਚਰਦਿਆਂ ਹੋਇਆਂ ਹਜ਼ੂਰ ਦਾਤਾਰ ਪਾਤਸ਼ਾਹ ਇਕਾਂਤ ਦੇ ਵਿੱਚ ਇੱਕ ਨਗਰ ਦੇ ਬਾਹਰ ਟਿਕੇ ਨੇ। ਇੱਕ ਐਸਾ ਬ੍ਰਾਹਮਣ ਆਇਆ ਹੈ, ਇੱਕ ਐਸਾ ਪੰਡਿਤ ਆਇਆ ਹੈ ਜੋ ਆਪਣੇ ਨਾਲ ਗ੍ਰੰਥਾਂ ਦੇ ਊਠ ਤੇ ਗੱਡੇ, ਭਾਵ ਕਿ ਊਠਾਂ ਦੇ ਮਗਰ ਜਿਹੜੇ ਗੱਡੇ ਪਾਏ ਹੁੰਦੇ ਨੇ ਉਹ ਵੀ ਉਹਨੇ ਲੱਦੇ ਹੋਏ ਨੇ, ਫਿਰ ਊਠਾਂ ਦੇ ਉੱਤੇ ਵੀ ਉਹਨੇ ਪੁਸਤਕਾਂ ਲੱਦੀਆਂ। ਇਹ ਆਮ ਗੱਲ ਸੀ। ਕਦੀ ਭਗਤ ਕਬੀਰ ਜੀ ਦੇ ਕੋਲ ਵੀ ਇੱਕ ਇਸ ਤਰ੍ਹਾਂ ਦਾ ਪੰਡਿਤ ਆਉਂਦਾ ਸੀ, ਜੋ ਅੱਜ ਵੀ ਅਸੀਂ ਕਦੀ ਕਬੀਰ ਮੱਠ ਬਨਾਰਸ ਜਾ ਕੇ ਦੇਖੀਏ ਤਾਂ ਉੱਥੇ ਮੂਰਤਾਂ ਵੀ ਬਣਾਈਆਂ ਕਿ ਉਹਨੇ ਬਲਦਾਂ ਦੇ ਦੋਨੇ ਪਾਸੇ ਬਗਲੀਆਂ ਝੱਗੀਆਂ ਜੀਆਂ ਪਾ ਕੇ ਉਹਨਾਂ ਦੇ ਵਿੱਚ ਕਿਤਾਬਾਂ ਭਰੀਆਂ ਹੋਈਆਂ ਸੀ। ਸੋ ਇਸ ਤਰ੍ਹਾਂ ਆਮ ਸੀ ਇਹ ਪੰਡਤਾਂ ਦੇ ਅੰਦਰ, ਵਿਦਵਾਨਾਂ ਦੇ ਅੰਦਰ, ਕਿ ਜਦੋਂ ਵਿਦਵਤਾ ਆ ਜਾਣੀ ਫਿਰ ਗ੍ਰੰਥ ਜਿਹੜੇ ਉਹਨਾਂ ਨੂੰ ਗੱਡਿਆਂ ਤੇ ਲੱਦ ਕੇ ਤੁਰ ਪੈਣਾ। ਇੱਕ ਨਗਰ ਦੇ ਵਿੱਚ ਜਾਣਾ, ਨਗਰ ਨੂੰ ਚੈਲੰਜ ਕੀਤਾ ਜਾਂਦਾ ਸੀ, ਜੇ ਤੁਹਾਡੇ ਨਗਰ ਦੇ ਵਿੱਚ ਕੋਈ ਵਿਦਵਾਨ ਹੈ, ਕੋਈ ਪੜ੍ਹਿਆ ਲਿਖਿਆ ਮਨੁੱਖ ਹੈ, ਮੇਰੇ ਨਾਲ ਸ਼ਾਸਤਰਾਰਥ ਕਰੇ। ਜਦੋਂ ਸ਼ਾਸਤਰਾਰਥ ਸ਼ੁਰੂ ਹੁੰਦਾ ਸੀ ਇੱਕ ਸ਼ਰਤ ਰੱਖੀ ਜਾਂਦੀ ਸੀ ਕਿ ਸ਼ਾਸਤਰਾਰਥ ਕਰਦਿਆਂ ਜੇ ਤੂੰ ਹਾਰ ਗਿਆ, ਤੇਰੇ ਕੋਲ ਜਿੰਨੀਆਂ ਕਿਤਾਬਾਂ ਜਿੰਨੇ ਗ੍ਰੰਥ ਨੇ ਉਹ ਸਾਰੇ ਮੈਂ ਲੈ ਲੈਣੇ ਨੇ। ਇਹਦੇ ਨਾਲ ਹਾਰਨ ਦੇ ਨਾਲ ਭਾਵੇਂ ਨਗਰ ਦਾ ਇੱਕ ਬ੍ਰਾਹਮਣ ਇੱਕ ਵਿਦਵਾਨ ਹਾਰਦਾ ਸੀ, ਸਾਰੇ ਨਗਰ ਦੀ ਹਾਰ ਹੋ ਜਾਂਦੀ ਸੀ, ਕਿਉਂਕਿ ਇੱਕ ਮਨੁੱਖ ਦੇ ਵਿੱਚ ਸਾਰੇ ਆ ਜਾਂਦੇ ਨੇ, ਮੋਢੀ ਹੋਵੇ ਤਾਂ। ਸੋ ਇਸ ਤਰ੍ਹਾਂ ਉਹਦੇ ਹਾਰਨ ਨਾਲ ਸਾਰਾ ਨਗਰ ਹਾਰ ਜਾਂਦਾ ਸੀ। ਉਹ ਜਿੱਤਣ ਵਾਲਾ ਫਿਰ ਦਰਜ ਕਰ ਲੈਂਦਾ ਸੀ ਮੈਂ ਫਲਾਣਾ ਨਗਰ ਜਿੱਤ ਲਿਆ। ਉਸ ਤੋਂ ਉਪਰੰਤ ਇੱਕ ਵਿਦਵਾਨ ਦੇ ਵਾਸਤੇ ਨਾ ਸਭ ਤੋਂ ਜ਼ਿਆਦਾ ਕੀਮਤੀ ਉਹਦੇ ਗ੍ਰੰਥ ਹਨ। ਹੋਰ ਉਹਨੂੰ ਕੋਈ ਚੀਜ਼ ਦੀ ਇੰਨੀ ਕੀਮਤ ਨਹੀਂ ਹੁੰਦੀ, ਕਿਉਂਕਿ ਦੇਖੋ ਇੱਕ ਤਾਂ ਗ੍ਰੰਥਾਂ ਨੂੰ ਪ੍ਰਾਪਤ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਇਹ ਤਾਂ ਜੋ ਤੁਰਦਾ ਹੈ ਸਮਾਰਗ ਤੇ ਉਹਨੂੰ ਪਤਾ ਹੈ। ਫਿਰ ਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਮੈਂ ਐਸੇ ਸਤਿਪੁਰਖਾਂ ਨੂੰ ਜਾਣਦਾ ਜਿਨ੍ਹਾਂ ਨੇ ਜੀਵਨ ਦੇ ਵਿੱਚ ਗੁਜ਼ਾਰਾ ਬੜੀ ਮੁਸ਼ਕਿਲ ਕੀਤਾ, ਪਰ ਇਹ ਸੱਚ ਸੀ ਕਿ ਉਹਨਾਂ ਨੇ ਲੱਖਾਂ ਰੁਪਈਆਂ ਦੇ ਗ੍ਰੰਥ ਜਿਹੜੇ ਉਹ ਖਰੀਦੇ। ਤੇ ਮੈਂ ਕਈ ਦਫਾ ਸੋਚਦਾ ਹੁੰਦਾ ਇਸ ਗੱਲ ਨੂੰ ਕਿ ਨਾ ਉਹਨਾਂ ਨੇ ਇਹ ਗ੍ਰੰਥ ਆਪਦੇ ਵਾਸਤੇ ਖਰੀਦੇ, ਠੀਕ ਹੈ ਚਲੋ ਪੜ੍ਹਿਆ ਉਹਨਾਂ ਨੇ, ਪਰ ਇਹਨਾਂ ਨੂੰ ਪੜ੍ਹ ਕੇ ਜੇ ਕੋਈ ਉਪਦੇਸ਼ ਦਿੱਤਾ ਉਹ ਤੇ ਸਾਰਿਆਂ ਦੇ ਭਲੇ ਵਾਸਤੇ ਦਿੱਤਾ ਹੈ ਨਾ। ਪਰ ਇਸ ਤਰ੍ਹਾਂ ਦਾ ਵੀ ਸਮਾਂ ਹੈ, ਭਾਵੇਂ ਹਰ ਧਰਮ ਦੀ ਗੱਲ ਕਰ ਲਈਏ, ਕਿ ਕਦੀ ਕੋਈ ਕਿਸੇ ਨੂੰ ਇੱਕ ਗ੍ਰੰਥ ਤੱਕ ਨਹੀਂ ਦੁਨੀਆ ਦੇ ਉੱਤੇ ਵਿਦਿਆਰਥੀ ਵੇਖੇ ਬੜੇ ਜਿਹੜੇ ਸ਼ਾਇਦ ਕਿਤਾਬਾਂ ਕੋਲੋਂ ਪੜ੍ਹਨੋਂ ਹਟ ਗਏ। ਐਸੇ ਇਸ ਮਾਰਗ ਤੇ ਤੁਰੇ ਹੋਏ ਵਿਦਿਆਰਥੀ ਵੇਖੇ ਜਿਨ੍ਹਾਂ ਕੋਲ ਗ੍ਰੰਥ ਖਰੀਦਣ ਜੋਗੇ ਪੈਸੇ ਨਹੀਂ ਸੀ, ਤੇ ਉਹਨਾਂ ਨੇ ਕਥਾ ਵਾਰਤਾ ਅਧਿਆਤਮਿਕ ਵਿਦਿਆ ਜਿਹੜੀ ਉਹ ਸਿੱਖਣੀ ਛੱਡ ਦਿੱਤੀ, ਪੜ੍ਹਨੀ ਛੱਡ ਦਿੱਤੀ। ਹਾਲਾਂਕਿ ਮਕਸਦ ਮਗਰ ਇਹ ਸੀ ਇਹ ਵਿਦਿਆ ਪੜ੍ਹ ਕੇ ਬੇਸ਼ੱਕ ਜੀਵਨ ਦਾ ਗੁਜ਼ਾਰਾ ਵੀ ਸੀ, ਪਰ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਕਰਨਾ ਤੇ ਕੌਮ ਪੰਥ ਸਿੱਖੀ ਦਾ ਪ੍ਰਚਾਰ ਹੀ ਸੀ ਨਾ। ਪਰ ਖੈਰ ਇਹ ਤਰਾਸਦੀ ਹੈ ਕੌਮ ਦੀ। ਮੈਂ ਇੱਥੇ ਜੋ ਜ਼ਿਕਰ ਕਰਾਂ, ਇੱਕ ਵਿਦਵਾਨ ਦੇ ਵਾਸਤੇ ਜਾਂ ਕੋਈ ਵੀ ਵਕਤਾ ਹੈ, ਸਭ ਤੋਂ ਕੀਮਤੀ ਉਹਦੇ ਗ੍ਰੰਥ ਹੁੰਦੇ ਨੇ। ਜਦੋਂ ਉਹਦੇ ਗ੍ਰੰਥ ਉਹਦੇ ਤੋਂ ਖੋਹ ਲਏ ਜਾਣ
ਤੇ ਬਸ ਇੰਜ ਸਮਝ ਲਓ ਜਿਵੇਂ ਉਹਨੂੰ ਜਿਉਂਦਿਆਂ ਮਾਰ ਕੇ ਰੱਖ ਦਿੱਤਾ ਹੋਵੇ। ਸੋ ਪੰਡਿਤ ਕੀ ਕਰਦੇ ਸੀ, ਜਿਹਨੂੰ ਜਿੱਤ ਲਿਆ ਉਹਦੇ ਗ੍ਰੰਥ ਖੋਹ ਲਿਆ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਇਹ ਚੱਲਦਾ ਫਿਰਦਾ ਪਹੁੰਚ ਗਿਆ। ਗੁਰੂ ਬਾਬਾ ਨੂੰ ਕਹਿਣ ਲੱਗਾ ਮੇਰੇ ਨਾਲ ਚਰਚਾ ਕਰੋ। ਚਰਚਾ ਪ੍ਰਾਰੰਭ ਹੋਣ ਤੋਂ ਪਹਿਲਾਂ ਸਾਹਿਬ ਕਹਿੰਦੇ ਇੰਜ ਕਰ, ਅਸੀਂ ਚਰਚਾ ਤੇ ਤੇਰੇ ਨਾਲ ਕਰ ਲਵਾਂਗੇ, ਪਰ ਤੂੰ ਥੋੜਾ ਜਿਹਾ ਅਗਾਂਹ ਜਾ, ਇੱਧਰ ਇੱਕ ਪਾਸੇ 4 ਸਾਧੂ ਪੁਰਖ ਬੈਠੇ, ਮਹਾਤਮਾ ਬੈਠੇ ਨੇ, ਤੂੰ ਉਹਨਾਂ ਨਾਲ ਚਰਚਾ ਕਰ ਪਹਿਲਾਂ, ਉਹ ਤੈਨੂੰ ਸਮਝਾਉਣਗੇ ਸਾਰੀ ਗੱਲ। ਜਦੋਂ ਗੁਰੂ ਕਾ ਹੁਕਮ ਮੰਨ ਕੇ ਸਾਹਿਬ ਨੇ ਕਿਹਾ ਪਹਿਲਾਂ ਉਧਰ ਇੱਕ ਵਾਰ ਫੇਰਾ ਪਾਇਆ, ਫਿਰ ਅਸੀਂ ਚਰਚਾ ਕਰ ਲਵਾਂਗੇ। ਥੋੜੀ ਚਰਚਾ ਉਹਨਾਂ ਨਾਲ ਕਰ ਲਾ, ਹੋ ਸਕਦਾ ਤੇਰੀ ਤਸੱਲੀ ਹੋਈ ਕਰਵਾ ਦੇਣ। ਜਦੋਂ ਉਹਨਾਂ ਦੇ ਕੋਲ ਗਿਆ, ਉਹ 7 ਪੁਰਖ ਜਿਹੜੇ 4 ਸਾਧੂ ਬੈਠੇ ਸੀ, ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਤਾਂ ਇੰਜ ਵੀ ਜ਼ਿਕਰ ਕੀਤਾ, ਉਹ 4 ਸਾਧੂ ਬ੍ਰਹਮਾ, ਸ਼ਿਵ, ਇੰਦਰ ਅਤੇ ਇਹ ਚਾਰੇ ਜਿਹੜੇ ਹਨ ਉਹ ਬੈਠੇ ਹੋਏ ਹਨ। 4 ਦੇਵਤੇ, ਜਿਵੇਂ ਕਹਿ ਲਈ, ਵੱਖ-ਵੱਖ ਨਾਂ ਵੀ ਹੋ ਸਕਦੇ। 4 ਦੇਵਤੇ ਜਿਹੜੇ ਹਨ, ਵਿਸ਼ਨੂੰ, ਬ੍ਰਹਮਾ, ਇੰਦਰ, ਸ਼ਿਵ, ਇਹ ਚਾਰੇ ਬੈਠੇ ਹੋਏ ਹਨ। ਜਦੋਂ ਉਹਨਾਂ ਦੇ ਕੋਲ ਗਿਆ, ਸਾਧੂ ਰੂਪ ਵਿੱਚ ਹਨ, ਕਹਿੰਦਾ ਮੈਂ ਤੁਹਾਡੇ ਨਾਲ ਚਰਚਾ ਕਰਨੀ। ਤੇ ਉਹ ਕਹਿਣ ਲੱਗੇ ਵੀ ਸਾਡੇ ਨਾਲ ਚਰਚਾ ਤੇ ਕੋਈ ਗੱਲ ਨਹੀਂ, ਅਸੀਂ ਕਰ ਲਵਾਂਗੇ, ਪਰ ਤੂੰ ਇਸ ਚਰਚਾ ਨੂੰ ਕਰਕੇ ਸ਼ਾਇਦ ਤੈਨੂੰ ਸਮਝ ਨਹੀਂ ਆਏਗੀ, ਤੂੰ ਕਿਸੇ ਹੋਰ ਤਰੀਕੇ ਨਾਲ ਸਮਝੇਗਾ। ਪਿੱਛੇ ਤੂੰ ਜਿੰਨਿਆਂ ਨਾਲ ਚਰਚਾ ਕਰਕੇ ਆਇਆ, ਉਹਨਾਂ ਨੇ ਸ਼ਾਸਤਰਾਂ ਦੇ ਪ੍ਰਮਾਣ ਤੈਨੂੰ ਦਿੱਤੇ ਨੇ, ਪਰ ਤੂੰ ਸਮਝਿਆ ਨਹੀਂ ਹੈ। ਉਹਨਾਂ ਨੇ ਗ੍ਰੰਥਾਂ ਦੀਆਂ ਉਗਤੀਆਂ ਜੁਗਤੀਆਂ ਨਾਲ ਸਮਝਾਇਆ ਹੈ, ਪਰ ਤੂੰ ਨਹੀਂ ਸਮਝਿਆ। ਹੁਣ ਤੂੰ ਕਿਸੇ ਹੋਰ ਤਰੀਕੇ ਨਾਲ ਸਮਝਣਾ ਹੈ। ਤੂੰ ਇੰਜ ਕਰ, ਇਸ ਤੋਂ ਅੱਗੇ ਜਾ, ਇੱਕ ਬੜਾ ਸੁੰਦਰ ਮਹਿਲ ਹੈ, ਉਸ ਮਹਿਲ ਦੇ ਵਿੱਚ ਇੱਕ ਇਸਤਰੀ ਹੈ, ਉਹਦੇ ਨਾਲ ਵਿਚਾਰ ਚਰਚਾ ਕਰਕੇ ਆ, ਤੈਨੂੰ ਤੇ ਉਹਨੇ ਹੀ ਜਿਤਾ ਦੇਣਾ, ਹਰਾ ਕੇ ਰੱਖ ਦੇਣਾ, ਜਿੱਤ ਜਾਣਾ ਤੇਰੇ ਤੋਂ ਉਹਨੇ। ਸੋ ਕਵੀ ਜੀ ਲਿਖਦੇ ਨੇ ਕਿ ਜਦੋਂ ਅਗਾਂਹ ਗਿਆ ਤੇ ਜਾ ਕਰਕੇ ਉਹ ਬਹੁਤ ਸੁੰਦਰ ਮਹਿਲ, ਉਹਦੇ ਬਾਹਰ ਇੱਕ ਇਸਤਰੀ, 16 ਸ਼ਿੰਗਾਰ ਉਹਨੇ ਤਨ ਦੇ ਉੱਤੇ ਕੀਤੇ ਨੇ, ਅੱਤ ਦਾ ਸੁਹਾਪਣ ਹੈ ਉਹਦੇ ਕੋਲ। ਜਦੋਂ ਉਹਦੇ ਕੋਲ ਗਿਆ, ਕਹਿੰਦਾ ਜੀ ਮੈਂ ਤੁਹਾਡੇ ਨਾਲ ਚਰਚਾ ਕਰਨੀ, ਵੇਦਾਂ ਸ਼ਾਸਤਰਾਂ ਦੇ ਨਾਲ ਮੈਂ ਤੁਹਾਡੇ ਤੇ ਬਹਿਸ ਕਰਨੀ ਹੈ, ਵਿਚਾਰ ਵਟਾਂਦਰਾ ਕਰਨਾ। ਉਹਨੇ ਵਿਦਵਾਨਾਂ ਨੇ ਵੱਖ-ਵੱਖ ਰਾਏ ਦਿੱਤੀ, ਜੁੱਤੀ ਚੁੱਕ ਲਈ ਤੇ ਜੁੱਤੀ ਚੁੱਕ ਕੇ ਇਸ ਪੰਡਤ ਨੂੰ ਰੱਜ ਕੇ, ਜਿਵੇਂ ਕਹਿ ਲਓ ਵੀ ਕੁੱਟਿਆ, ਇਹਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ, ਚੰਗੀ ਤਰ੍ਹਾਂ ਇਹਦੀ ਜਿਵੇਂ ਤਸੱਲੀ ਕਰਾਈ। ਜਦੋਂ ਬਹੁਤ ਸਿਰ ਦੇ ਵਿੱਚ ਜੁੱਤੀਆਂ ਖਾਧੀਆਂ, ਆਖਰ ਹਾਰ ਜੀ ਖਾ ਕੇ ਪਿਛਾਂ ਆ ਗਿਆ ਵੀ ਮੈਂ ਹੁਣ ਚਰਚਾ ਨਹੀਂ ਕਰਨੀ ਕਿਸੇ ਨਾਲ। ਜਦੋਂ ਉਹਨਾਂ ਸਾਧੂਆਂ ਕੋਲ ਆਇਆ, ਉਹ ਹੱਸਦੇ ਹੋਏ ਕਹਿਣ ਲੱਗੇ ਵੀ ਅਸੀਂ ਤੈਨੂੰ ਇਹੀ ਸਮਝਾਉਣਾ ਚਾਹੁੰਦੇ ਸੀ ਕਿ ਤੂੰ ਜਿਸ ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਕਰਨਾ ਸੀ, ਤੂੰ ਤੇ ਹੰਕਾਰੀ ਹੋ ਗਿਆ, ਤੇ ਜਿਸ ਮਾਇਆ ਦੀ ਖਾਤਰ ਤੂੰ ਸਾਰਾ ਕੁਝ ਕਰਦਾ ਪਿਆ, ਇਹ ਮਾਇਆ ਦੀ ਖਾਤਰ ਹੀ ਸੀ। ਕਦੀ ਕਿਸੇ ਪਿੰਡ ਨੂੰ ਜਿੱਤ ਲੈਣਾ, ਉੱਥੋਂ ਧਨ ਚੁੱਕ ਲੈਣਾ, ਉਹਨਾਂ ਤੋਂ ਧਨ ਹੜੱਪ ਲੈਣਾ, ਗ੍ਰੰਥ ਇਕੱਠੇ ਕਰ ਲੈਣੇ, ਫਿਰ ਸੰਸਾਰ ਤੇ ਆਪਣੀ ਵਿਦਵਤਾ ਪ੍ਰਸਿੱਧ ਕਰਕੇ ਲੋਕਾਂ ਤੋਂ ਧਨ ਅਗਰਾਉਣਾ। ਇਹ ਜਿਹੜੀ ਇਸਤਰੀ ਤੋਂ ਤੂੰ ਮਾਰਾਂ ਖਾ ਕੇ ਆਇਆ, ਇਹ ਮਾਇਆ ਹੈ, ਇਸਤਰੀ ਦਾ ਰੂਪ ਧਾਰਨ ਕੀਤਾ। ਬਸ ਜਿਸ ਮਾਇਆ ਦੀ ਖਾਤਰ ਤੁਰਿਆ ਫਿਰਦਾ, ਉਸੇ ਮਾਇਆ ਤੋਂ ਅੱਜ ਤੈਨੂੰ ਜੁੱਤੀਆਂ ਪਈਆਂ ਨੇ। ਤੇ ਭਾਵ ਇਹ ਜਿੰਨਾ ਚਿਰ ਤੈਨੂੰ ਮਾਇਆ ਤੋਂ ਜੁੱਤੀਆਂ ਨਾ ਪੈਂਦੀਆਂ, ਉਹਨਾਂ ਚਿਰ ਤੇਰੀ ਅਕਲ ਟਿਕਾਣੇ ਤੇ ਨਹੀਂ ਸੀ ਆਉਣੀ। ਬਾਕੀ ਸਾਰਾ ਕੁਝ ਹੋ ਗਿਆ ਤੇਰੇ ਨਾਲ, ਵਿਚਾਰ ਹੋ ਗਈ ਹੈ, ਵਿਤੰਡਾਵਾਦ ਹੋ ਗਿਆ, ਨਹੀਂ ਸੀ ਤੂੰ ਸਮਝਦਾ। ਹੁਣ ਜਦੋਂ ਮਾਇਆ ਦੇ ਹੱਥੋਂ ਤੇਰੀ ਬੇਪੱਤੀ ਹੋਈ, ਹੁਣ ਤੈਨੂੰ ਅਕਲ ਆਏਗੀ। ਸੋ ਪੁੱਛਦਾ ਕਿ ਮਹਾਂਪੁਰਖੋ ਹੁਣ ਉਪਦੇਸ਼ ਦਿਓ। ਉਹ ਕਹਿੰਦੇ ਅਸੀਂ ਕੀ ਉਪਦੇਸ਼ ਦੇਣਾ, ਜਿਸ ਗੁਰੂ ਨਾਨਕ ਪਾਤਸ਼ਾਹ ਕੋਲੋਂ ਹੁਕਮ ਲੈ ਕੇ ਸਾਡੇ ਕੋਲ ਆਇਆ, ਜਾਂ ਉਸ ਗੁਰੂ ਨਾਨਕ ਗੁਰੂ ਬਾਬੇ ਦੇ ਚਰਨ ਪਕੜ, ਉਹ ਤੇਰਾ ਉਦਾਰ ਕਰਨਗੇ, ਉਹ ਤੈਨੂੰ ਆਤਮਿਕ ਗਿਆਨ ਦੀ ਸੋਝੀ ਬਖਸ਼ਣਗੇ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਕੋਲ ਆਇਆ, ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਪਾਵਨ ਬਚਨ ਉਹਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ, ਜੋ ਅੱਜ ਦੀ ਇਸ ਪਾਵਨ ਲੜੀ ਦੇ ਤਹਿਤ ਸਾਹਿਬ ਆਸੀਸ ਬਖਸ਼ਦੇ। ਪੜ ਪੜ ਗੱਡੀ ਲੱਦੀ ਇਹ, ਪੜ ਪੜ ਭਰੀ ਇਹ ਸਾਥ। ਕਿ ਪੰਡਿਤ ਜੀ ਪੜ ਪੜ ਕੇ ਗੱਡੀਆਂ ਲੱਦ ਲਈਆਂ, ਵੱਡੇ ਵੱਡੇ ਗੱਡੇ ਜਿਹੜੇ ਸੀ ਇਹਨਾਂ ਗ੍ਰੰਥਾਂ ਦੇ ਲੱਦ ਲੈ। ਫਿਰ ਪੜ ਪੜ ਭਰੀ ਇਹ ਸਾਥ, ਸਾਥ ਜਿਹੜਾ ਹੈ ਉਹ ਹਾਥੀਆਂ ਨੂੰ ਵੀ ਕਿਹਾ ਗਿਆ। ਹੋਰ ਵੀ ਸਾਥ ਦੇ ਕਈ ਅਰਥ ਨੇ। ਭਾਵ ਇਹ ਹੈ, ਕਿਸੇ ਵੀ ਸਾਧਨ ਦੇ ਉੱਤੇ ਗ੍ਰੰਥ ਲੱਦੇ ਜਾਵਣ, ਉਹਨਾਂ ਦੇ ਨਾਲ ਸਾਥ ਬਣਦਾ, ਉਹਨਾਂ ਦੇ ਨਾਲ ਤੁਰਨਾ ਪੈਂਦਾ, ਉਹਨਾਂ ਦੇ ਨਾਲ ਇੱਕ ਸਾਥ ਨਿਭਾਉਣਾ ਪੈਂਦਾ। ਤਾਂ ਸਾਹਿਬ ਕਹਿੰਦੇ ਪੜ ਪੜ ਕੇ ਗੱਡੀਆਂ ਲੱਦ ਲੀਆਂ, ਪੜ ਪੜ ਕੇ ਸਾਥ ਜਿਹੜੇ ਸਨ, ਸਾਧਨ ਜਿਹੜੇ ਸਨ, ਉਹਨਾਂ ਨੂੰ ਭਰ ਲਿਆ। ਭਾਵੇਂ ਕਿਸੇ ਨੇ ਹਾਥੀ ਭਰ ਲਏ, ਕਿਸੇ ਨੇ ਊਠਾਂ ਤੇ ਗ੍ਰੰਥ ਲੱਦੇ, ਕਿਸੇ ਨੇ ਬਲਦਾਂ ਦੇ ਉੱਤੇ ਝੱਗੀਆਂ ਪਾ ਕਰਕੇ ਉਹ ਗ੍ਰੰਥਾਂ ਦੇ ਨਾਲ ਭਰ ਲਏ। ਤਾਂ ਸਾਹਿਬ ਕਹਿੰਦੇ ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਇਹ ਖਾਤ।
ਪੜ੍ਹ ਕੇ ਬੇੜੀਆਂ ਭਰ ਦਿੱਤੀਆਂ। ਭਾਵ ਕਿ ਜਿਵੇਂ ਗ੍ਰੰਥਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਲਿਜਾਣਾ ਹੈ, ਤਾਂ ਪਹਿਲਾਂ ਗੱਡਿਆਂ ਦੇ ਉੱਤੇ ਲੱਦ ਲਏ, ਫਿਰ ਊਠਾਂ ਆਦਿਕ ਜਿਵੇਂ ਰੇਗਿਸਤਾਨ ਆ ਗਿਆ, ਉੱਥੇ ਊਠਾਂ ਦੇ ਉੱਤੇ ਲੱਦ ਲਏ ਜਿੱਥੇ ਗੱਡੇ ਤੁਰਨ ਸਮਰੱਥ ਨਾ ਹੋਵਣ। ਦਰਿਆਈ ਕਿਨਾਰੇ ਆਏ, ਦਰਿਆਵਾਂ ਦੇ ਵਿੱਚ ਸਾਹਿਬ ਕਹਿੰਦੇ ਇੰਨਾ ਗ੍ਰੰਥ ਕਿ ਬੇੜੀਆਂ ਭਰ ਲਈਆਂ। ਫਿਰ ਪੜ੍ਹਨ ਤੋਂ ਬਾਅਦ, ਬੇੜੀਆਂ ਭਰਨ ਤੋਂ ਬਾਅਦ ਪੜ੍ਹ ਗੱਡੀ ਇਹ ਖਾਤ ਅਗਾਂਹ ਚੱਲ ਕੇ ਇਹ ਗ੍ਰੰਥ ਜਦੋਂ ਬਿਰਧ ਹੋ ਜਾਵਣ ਤਾਂ ਇਹਨਾਂ ਨੂੰ ਕੁਝ ਲੋਕ ਸੰਸਕਾਰ ਕਰਦੇ ਸੀ। ਪਰ ਪੁਰਾਣੇ ਜਿਹੜੇ ਵਿਦਵਾਨ ਹੁੰਦੇ ਸੀ ਉਹ ਜਾਂ ਵਹਾ ਦਿੰਦੇ ਸਨ ਜਲ ਦੇ ਵਿੱਚ, ਜਾਂ ਫਿਰ ਇਹਨਾਂ ਨੂੰ ਜ਼ਮੀਨ ਵਿੱਚ ਦੱਬ ਦਿਆ ਕਰਦੇ ਸੀ, ਜਾਂ ਫਿਰ ਸੰਸਕਾਰ ਕਰਨ ਉਪਰੰਤ ਇਹ ਰਾਖ ਜਿਹੜੀ ਸੀ ਇਹਨੂੰ ਜ਼ਮੀਨ ਵਿੱਚ ਦੱਬ ਦਿੰਦੇ ਸੀ। ਤਾਂ ਸਾਹਿਬ ਪਹਿਲੇ ਅਰਥ ਅੰਦਰ ਇਹ ਸਮਝਾਉਂਦੇ, ਬੇੜੀਆਂ ਭਰ ਲਈਆਂ ਇਹਨਾਂ ਗ੍ਰੰਥਾਂ ਦੀਆਂ, ਉਸ ਤੋਂ ਬਾਅਦ ਟੋਏ ਪੁੱਟ ਕੇ ਇਹਨਾਂ ਨੂੰ ਗੱਡੀ ਇਹ ਖਾਤ ਖੇਤਾਂ ਦੇ ਵਿੱਚ ਭਾਵ ਜ਼ਮੀਨ ਦੇ ਵਿੱਚ ਗੱਡ ਦਿੱਤਾ ਵੀ ਗਿਆ। ਪੜ੍ਹੀ ਇਹ ਜੇਤੇ ਬਰਸ ਪੜ੍ਹੀ ਇਹ ਜੇਤੇ ਮਾਸ। ਪੰਡਤ ਜੀ ਵਰਸਾਂ ਤੱਕ, ਭਾਵ ਵਰਸ ਦਾ ਜਿੰਨੀ ਉਮਰ ਹੋਵੇ, ਸਾਲਾਂ ਦੇ ਵਿੱਚ ਉਮਰ ਹੁੰਦੀ ਨਾ, ਸਾਰੇ ਸਾਲ ਜ਼ਿੰਦਗੀ ਦੇ ਜਿਹੜੇ ਉਹ ਪੜ੍ਹਦਿਆਂ ਗੁਜ਼ਰ ਜਾਣ। ਫਿਰ ਪੜ੍ਹੀ ਇਹ ਜੇਤੇ ਮਾਸ, ਕੱਲੇ ਸਾਲਾਂ ਦੀ ਗੱਲ ਵੀ ਨਹੀਂ, ਜ਼ਿੰਦਗੀ ਦਾ ਇੱਕ ਮਹੀਨਾ ਜਿਹੜਾ ਹੈ, ਇੱਕ ਦਿਨ ਜਿਹੜਾ ਉਹ ਪੜ੍ਹਦਿਆਂ ਨਿਕਲ ਜਾਵੇ। ਫਿਰ ਸਾਹਿਬ ਕਹਿੰਦੇ ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ। ਜਿੰਨੀ ਉਮਰ ਹੈ ਸਾਰੀ ਉਮਰ ਬੰਦਾ ਪੜ੍ਹਦਾ ਰਵੇ। ਉਮਰ ਦੀ ਗੱਲ ਛੱਡੋ, ਜੇਤੇ ਸਾਸ, ਅਖੀਰਲੇ ਸਾਹ ਤੱਕ ਵੀ ਬੰਦਾ ਪੜ੍ਹਦਾ ਰਵੇ। ਕੁਝ ਐਸੇ ਵਿਦਵਾਨ ਵੀ ਜੀਵਨ ਦੇ ਵਿੱਚ ਵੇਖੇ ਨੇ ਜਿਹੜੇ ਹਰ ਵਕਤ ਆਪਣੀ ਕੱਛ ਦੇ ਵਿੱਚ ਗ੍ਰੰਥ ਕੋਈ ਕਿਤਾਬ ਰੱਖਿਆ ਕਰਦੇ ਸੀ। ਜੇ ਉਹ ਕਿਤੇ ਵੀ ਬੈਠੇ ਨੇ ਉਹਨਾਂ ਨੇ ਪੜ੍ਹਦੇ ਰਹਿਣਾ, ਜੇ ਉਹਨਾਂ ਦੇ ਕੋਲ ਕੋਈ ਚਾਰ ਮਨੁੱਖ ਬੈਠੇ ਉਹਨਾਂ ਤਾਂ ਪੜ੍ਹਦੇ ਰਹਿਣਾ। ਇੱਥੋਂ ਤੱਕ ਕਿ ਜੇ ਉਹਨਾਂ ਨੇ ਸਿਰਫ ਬਾਥਰੂਮ ਸਰੀਰਕ ਕਿਰਿਆ ਕਰਨੀ ਤਾਂ ਗ੍ਰੰਥ ਨੂੰ ਬਾਹਰ ਰੱਖਣਾ, ਬਸ ਜਿਵੇਂ ਹੀ ਆਪਣੇ ਸਰੀਰਕ ਕਿਰਿਆ ਸ਼ੌਚ ਕਿਰਿਆ ਕਰ ਲੈਣੀ, ਆਉਂਦਿਆਂ ਗ੍ਰੰਥ ਚੁੱਕ ਲੈਣਾ। ਇਸ ਤਰ੍ਹਾਂ ਦੇ ਗਿਆਨੀ ਪੁਰਖ ਵੀ ਜ਼ਿੰਦਗੀ 'ਚ ਵੇਖਿਓ, ਕਿਤਾਬ ਤੋਂ, ਗ੍ਰੰਥ ਤੋਂ, ਧਾਰਮਿਕ ਪੁਸਤਕ ਉਹ ਇੱਕ ਛਿਣ ਵੀ ਓਹਲੇ ਨਹੀਂ ਸੀ ਹੁੰਦੇ। ਇੰਝ ਕਹਿ ਲਓ, ਪੜ੍ਹਦਿਆਂ ਸੌਂ ਜਾਂਦੇ ਸੀ, ਆਪਣੀ ਛਾਤੀ ਤੇ ਕਿਤਾਬ ਰੱਖ ਕੇ, ਤੇ ਉੱਠਦਿਆਂ ਫਿਰ ਚੁੱਕ ਕੇ ਪੜ੍ਹਨ ਲੱਗ ਪੈਂਦੇ ਸੀ। ਸੋ ਇਸ ਲਈ ਸਾਹਿਬ ਕਹਿੰਦੇ ਪੜ੍ਹੀ ਹੈ ਜੇਤੇ ਸਾਸ। ਜਿੰਨੇ ਸਾਹ ਹਨ ਨਾ, ਇੱਕ ਸਾਹ ਦੇ ਵਿੱਚ ਇਹ ਗ੍ਰੰਥਾਂ ਨੂੰ ਜੇ ਕੋਈ ਪੜ੍ਹਦਾ ਰਵੇ। ਨਾਨਕ ਲੇਖੈ ਇੱਕ ਗੱਲ, ਹੁਰ ਹਉਮੈ ਚਖਣਾ ਝਾਖ। ਪਰ ਸਾਹਿਬ ਜੀ ਸਮਝਾਉਂਦੇ ਨੇ ਕਿ ਪੰਡਤ ਜੀ, ਨਾਨਕ ਲੇਖੈ ਇੱਕ ਗੱਲ, ਇੱਕ ਗੱਲ ਜਿਹੜੀ ਉਹ ਲੇਖੇ ਦੇ ਵਿੱਚ ਪੈਣੀ ਹੈ। ਉਹ ਕੀ? ਨਾਮ। ਜੇ ਉਸ ਗੱਲ ਨੂੰ, ਗੁਰੂ ਕੇ ਬਚਨ ਨੂੰ ਸਮਝ ਲਿਆ, ਉਹ ਲੇਖੇ ਦੇ ਵਿੱਚ ਹੈ। ਬਾਕੀ ਤੇ ਹਉਮੈ ਚਖਣਾ ਝਾਖ, ਬਾਕੀ ਤੇ ਹਉਮੈ ਦੇ ਵਿੱਚ ਗਲਤਾਨ ਹੋ ਕਰਕੇ ਝੱਖ ਮਾਰਨੀ ਹੈ। ਬਾਕੀ ਤੇ ਸਭ ਜਿਹੜਾ ਉਹ ਸੰਸਾਰ ਦੇ ਉੱਤੇ ਫਿਰਨਾ ਹੈ, ਸੰਸਾਰ ਦੇ ਨਾਲ ਮੱਥਾ ਖਪਾਉਣਾ ਹੈ। ਬਾਕੀ ਇੰਝ ਕਹਿ ਲਓ, ਆਪਣੀ ਹਉਮੈ ਨੂੰ ਪੱਠੇ ਪਾਉਣੇ ਨੇ, ਇਸ ਤੋਂ ਵੱਧ ਕੇ ਕੁਛ ਨਹੀਂ। ਜਦੋਂ ਦੂਸਰਾ ਅਰਥ ਵੀ ਇਹਦਾ ਕਰੀਏ ਤਾਂ ਸਾਹਿਬ ਕਹਿੰਦੇ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ। ਪੜ੍ਹਨਾ ਜਿਹੜਾ ਉਹਦੇ ਨਾਲ ਗੱਡੇ ਲੱਦੇ ਜਾਂਦੇ ਨੇ। ਥੋੜ੍ਹਾ ਜਿਹਾ ਇਹਨੂੰ ਬਾਰੀਕੀ 'ਚ ਸਮਝਣਾ ਪਵੇਗਾ। ਜਦੋਂ ਗੱਡਾ ਵੀ ਕੋਈ ਲੱਦਦਾ, ਭਾਵੇਂ ਗੱਡਾ ਮਿੱਟੀ ਦਾ ਲੱਦਿਆ ਜਾਵੇ ਭਰ ਕੇ, ਮਿੱਟੀ ਦੇ ਗੱਡੇ ਭਰ ਕੇ ਵੀ ਲੋਕ ਲਿਜਾਂਦੇ ਸੀ, ਭਾਵੇਂ ਉਹ ਕਿਸੇ ਧਨ ਦਾ ਲੱਦਿਆ ਜਾਵੇ, ਭਾਵੇਂ ਉਹ ਕਿਸੇ ਆਮ ਸਮਾਨ ਦੇ ਨਾਲ ਲੱਦਿਆ ਜਾਵੇ। ਥੋੜ੍ਹਾ ਜਿਹਾ ਸਮਝਿਓ, ਉਹਦੇ ਵਾਸਤੇ ਵੀ ਪੜ੍ਹਾਈ ਚਾਹੀਦੀ ਹੈ। ਆਪਾਂ ਸੋਚਾਂਗੇ ਗੱਡਾ ਲੱਦਣ ਵਾਸਤੇ ਪੜ੍ਹਾਈ ਚਾਹੀਦੀ, ਕਮਾਲ ਦੀ ਗੱਲ ਕਰਦੇ ਪਏ ਹੋ ਤੁਸੀਂ। ਨਹੀਂ, ਸੱਚਾਈ ਇਹ ਹੈ, ਜਿਹੜੇ ਰੋਜ਼ਾਨਾ ਗੱਡਿਆਂ ਵਾਲੇ ਲੋਕ ਨੇ ਨਾ, ਕਦੀ ਤੁਸੀਂ ਤਜਰਬਾ ਕਰਿਓ, ਉਹ ਜਦੋਂ ਕੋਈ ਸਮਾਨ ਲੱਦਣ ਲੱਗਦੇ ਨੇ ਨਾ, ਉਹ ਬੜੀ ਤਕਨੀਕ ਦੇ ਨਾਲ, ਬੜੀ ਤਰਤੀਬ ਨਾਲ ਸਮਾਨ ਲੱਦਦੇ ਨੇ। ਆਪਣੇ ਵਰਗੇ ਨੂੰ ਕਈ ਵਾਰ ਇੰਝ ਲੱਗਦਾ ਕੋਲ ਖੜਿਆ ਵੀ ਇੰਨਾ ਸਮਾਨ ਇਹ ਗੱਡੇ ਤੇ ਕਿਵੇਂ ਲੱਦ ਲੇਗਾ, ਪਰ ਉਹ ਇਸ ਤਰਤੀਬ ਨਾਲ ਸਮਾਨ ਨੂੰ ਟਿਕਾਉਂਦੇ ਨੇ ਕਿ ਸਾਰਾ ਟਿਕਾਉਣ ਤੋਂ ਬਾਅਦ ਕਈ ਵਾਰ ਪੁੱਛ ਲੈਂਦੇ ਵੀ ਹੋਰ ਤਾਂ ਨਹੀਂ ਕੁਝ ਰੱਖਣਾ। ਜਦੋਂ ਬੰਦਾ ਘਰ ਸ਼ਿਫਟ ਕਰੇ ਨਾ, ਕਦੀ ਕਿਸੇ ਗੱਡੀ ਦੇ ਵਿੱਚ, ਚਲੋ ਅੱਜ ਗੱਡੀਆਂ ਚੱਲਦੀਆਂ, ਆਪਾਂ ਨੂੰ ਇੰਝ ਲੱਗਦਾ ਵੀ ਇਹ ਸਮਾਨ ਤੇ ਗੱਡੀ 'ਚ ਆਉਣਾ ਹੀ ਨਹੀਂ, ਤੇ ਉਹ ਲੱਦਣ ਵਾਲਾ ਸਾਰਾ ਸਮਾਨ ਲੱਦ ਕੇ ਇੱਕ ਵਾਰ ਜ਼ਰੂਰ ਪੁੱਛਦਾ ਜੀ ਕੁਛ ਰਹਿ ਤੇ ਨਹੀਂ ਗਿਆ, ਕੁਛ ਹੋਰ ਤੇ ਨਹੀਂ ਲੱਦਣਾ। ਭਾਵ ਉਹਦੇ ਕੋਲ ਉਹਦੀ ਕਲਾ ਦੀ ਪੜ੍ਹਾਈ ਹੈ। ਜੇ ਉਹਨੇ ਉਹ ਚੀਜ਼ਾਂ ਨਾ ਪੜ੍ਹੀਆਂ ਹੋਣ, ਇਹ ਨਹੀਂ ਕਿ ਉਹਨੇ ਉਹ ਕਿਤਾਬਾਂ 'ਚ ਪੜ੍ਹੀਆਂ ਨੇ, ਉਹਨੇ ਦੁਨੀਆ 'ਚੋਂ ਚੀਜ਼ਾਂ ਪੜ੍ਹੀਆਂ ਨੇ। ਜੇ ਉਹਨੇ ਉਹ ਨਾ ਪੜ੍ਹੀਆਂ ਹੋਣ ਤੇ ਸ਼ਾਇਦ ਉਹ ਸਮਾਨ ਨੂੰ ਚੁੱਕ ਕੇ ਸੁੱਟ ਦੇਗਾ,
ਜਿੱਥੇ 20 ਚੀਜ਼ਾਂ ਆਉਣੀਆਂ ਉੱਥੇ 3-4 ਹੀ ਟਿਕਾਏਗਾ। ਸੋ ਇਸ ਕਰਕੇ ਇੱਕ ਇਹ ਵੀ ਅਰਥ ਹੈ ਕਿ ਗੱਡੀਆਂ ਲੱਦਣ ਦੇ ਵਾਸਤੇ ਵੀ ਪੜ੍ਹਿਆ ਮਨੁੱਖ, ਐਵੇਂ ਨਹੀਂ ਸੀ ਉਹ ਗੱਡੀ ਲੱਦਣ ਤੁਰ ਪਿਆ। ਜੋ ਅੱਜ ਵੀ ਮਾਲ ਲੱਦਦੇ ਨੇ ਉਹਨਾਂ ਨੂੰ ਪਤਾ ਹੋਏਗਾ, ਜੋ ਆਪ ਜੀ ਕੋਈ ਟਰਾਲੇ ਟਰੱਕ ਚਲਾਉਂਦੇ ਹੋ ਤੁਹਾਨੂੰ ਬੜੀ ਭਲੀ ਪ੍ਰਕਾਰ ਪਤਾ ਹੋਏਗਾ ਇਸ ਚੀਜ਼ ਦਾ। ਫਿਰ ਪੜ੍ਹ ਭਰੀਏ ਸਾਥ, ਸਾਥ ਦਾ ਅਰਥ ਜੇ ਸਾਥੀ ਕਵਾਂ ਤੇ ਜਦੋਂ ਕਿਸੇ ਦਾ ਸਾਥ ਲੈਣਾ ਹੈ ਉਦੋਂ ਵੀ ਪੜ੍ਹਨਾ ਪੈਂਦਾ ਹੈ। ਜ਼ਰੂਰੀ ਨਹੀਂ ਕਿ ਤੁਸੀਂ ਕਿਤਾਬਾਂ ਪੜ੍ਹ ਕੇ ਕਿਸੇ ਦਾ ਸਾਥ ਲਵੋਗੇ, ਜਦੋਂ ਕਿਸੇ ਦਾ ਸਾਥ ਲੈਣਾ ਉਹਨੂੰ ਪੜ੍ਹਨਾ ਪੈਂਦਾ ਹੈ। ਐਵੇਂ ਤੇ ਆਪਾਂ ਕਿਸੇ ਤੁਰੇ ਜਾਂਦੇ ਤੇ ਹਮਸਫਰ ਹੋ ਨਹੀਂ ਜਾਂਦੇ ਜ਼ਿੰਦਗੀ 'ਚ। ਜਦੋਂ ਵੀ ਕਿਸੇ ਨੂੰ ਸਾਥ ਦਿੰਦੇ ਆ, ਕਿਸੇ ਦਾ ਸਾਥ ਲੈਂਦੇ ਆ, ਉਹਨੂੰ ਪੜ੍ਹਦੇ ਆ, ਆਪਾਂ ਉਹਦੇ ਚਿਹਰੇ ਨੂੰ ਪੜ੍ਹਦੇ ਆ, ਇਹ ਬੰਦਾ ਕਿਸ ਤਰ੍ਹਾਂ ਦਾ ਹੈ, ਇਹਦੇ ਅੰਦਰ ਕੀ ਚੱਲਦਾ ਪਿਆ, ਨਾ ਹੋਵੇ ਸਾਨੂੰ ਅਗਾਂਹ ਜਾ ਕੇ ਸਾਡੇ ਨਾਲ ਧੋਖਾ ਕਰ ਲੇ। ਜ਼ਿੰਦਗੀ 'ਚ ਜਿਹਨੂੰ ਜੀਵਨ ਸਾਥੀ ਬਣਾਉਂਦੇ ਆ ਉਹਨੂੰ ਪੜ੍ਹਦੇ ਆ। ਜ਼ਿੰਦਗੀ 'ਚ ਬੜੇ ਮਨੁੱਖਾਂ ਨੂੰ ਪੜ੍ਹ ਕੇ ਆਪਾਂ ਉਹਨਾਂ ਦੇ ਨਾਲ ਸਾਥ ਤੁਰਦੇ ਆ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਆਪਣੀ ਜ਼ਿੰਦਗੀ ਦਾ ਹਿੱਸਾ ਦਿੰਦੇ ਆ। ਫਿਰ ਸਾਹਿਬ ਕਹਿੰਦੇ ਪੜ੍ਹ ਬੇੜੀ ਪਾਈਐ, ਪੜ੍ਹ ਗੱਡੀਐ ਖਾਤ। ਹੋਰ ਅਰਥ ਕਰਾਂ ਤਾਂ ਬੇੜੀਆਂ ਜਿਹੜੀਆਂ ਨੇ ਉਹ ਵੀ ਇੱਕ ਪੜ੍ਹਾਈ ਹੈ, ਕਿਉਂਕਿ ਬੇੜੀ ਚਲਾਉਣੀ, ਕਈ ਦਫਾ ਗੰਗਾ ਤੇ ਜਾਈਦਾ ਹੈ ਤੇ ਉੱਥੇ ਦੇਖੀਦਾ ਬੇੜੀ ਚਲਾਉਣੀ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ। ਵੇਖਣ ਨੂੰ ਇੰਝ ਹੀ ਲੱਗੇਗਾ ਕਿ ਚੱਪੂ ਹੀ ਮਾਰਦਾ, ਮੈਂ ਬਹਿ ਕੇ ਚੱਪੂ ਮਾਰ ਲੈਣਾ, ਚੱਪੂ ਘੁਮਾਈ ਜਾਵਾਂਗਾ ਇਹਨੇ ਤੁਰੀ ਜਾਣਾ, ਵੇਖਣ ਨੂੰ ਇੰਝ ਹੀ ਲੱਗਦਾ। ਪਰ ਹਕੀਕਤ ਇਹ ਹੈ, ਇੱਕ ਦਿਨ ਤਜਰਬਾ ਕਰਨ ਲੱਗੇ, ਜਦੋਂ ਤਜਰਬਾ ਕਰਨ ਲੱਗੇ ਚੱਪੂ ਤੇ ਫੜ ਲਿਆ, ਪਰ ਪਹਿਲੀ ਗੱਲ ਤੇ ਉਹ ਚੱਪੂ ਸਮਝ ਨਾ ਆਵੇ ਵੀ ਪਾਣੀ ਦੇ ਵਿੱਚ ਇਹਨੂੰ ਡੋਬਣਾ ਕਿੰਨਾ, ਇਹਨੂੰ ਖਿੱਚਣਾ ਕਿਵੇਂ। ਤੇ ਜਦੋਂ ਕਿਤੇ ਉਹਦੇ ਤੇ ਜ਼ੋਰ ਲਾ ਕੇ ਉਹਨੂੰ ਧੱਕਿਆ ਤੇ ਬੇੜੀ ਤੁਰਨੀ ਕਿੱਧਰ ਸੀ, ਤੁਰ ਕਿੱਧਰ ਨੂੰ ਪਈ। ਸੋ ਇੱਕ ਕਲਾ ਹੈ, ਇੱਕ ਵਿਦਿਆ ਹੈ ਬੇੜੀ ਚਲਾਉਣੀ ਵੀ। ਸੋ ਇਸ ਲਈ ਸਾਹਿਬ ਕਹਿੰਦੇ ਪੜ੍ਹ ਬੇੜੀ ਪਾਈ ਹੈ। ਪਾਣੀ ਦੇ ਵਿੱਚ ਜੇ ਕਿਸੇ ਨੇ ਬੇੜੀਆਂ ਪਾਈਆਂ, ਉਹਨੇ ਇਸ ਕਲਾ ਨੂੰ ਪੜ੍ਹਿਆ, ਇਸ ਕਲਾ ਨੂੰ ਜ਼ਿੰਦਗੀ 'ਚ ਸਿੱਖਿਆ, ਆਪਣੇ ਬਜ਼ੁਰਗਾਂ ਤੋਂ ਇਸ ਕਲਾ ਨੂੰ ਮਾਣਿਆ, ਪਹਿਚਾਣਿਆ, ਦੁਨੀਆਦਾਰੀ 'ਚ ਉਹਨੇ ਇਸ ਕਲਾ ਨੂੰ ਪੜ੍ਹਿਆ। ਤੇ ਪੜ੍ਹ ਗੱਡੀ ਹੈ ਖਾਤ। ਫਿਰ ਗੱਡੇ ਭਾਵ ਖਾਤ ਦਾ ਅਰਥ ਜਿਵੇਂ ਪਿੱਛੇ ਵੀ ਆਪਾਂ ਜ਼ਿਕਰ ਕੀਤਾ, ਟੋਏ ਪੁੱਟੇ ਜਾਣੇ। ਟੋਇਆਂ ਨੂੰ ਪੁੱਟਣਾ ਵੀ ਇੱਕ ਕਲਾ ਹੈ, ਪੜ੍ਹਾਈ ਤੋਂ ਬਿਨਾਂ ਇਹ ਵੀ ਨਹੀਂ ਆਏਗੀ। ਤੁਸੀਂ ਫਿਰ ਮੈਂ ਸ਼ਬਦ ਕਹਾਂ, ਤੁਸੀਂ ਹੈਰਾਨ ਹੋਵੋਗੇ ਵੀ ਕੈਸੀਆਂ ਗੱਲਾਂ ਕਰਦਾ, ਵੀ ਟੋਇਆ ਪੁੱਟਣ ਦੇ ਵਾਸਤੇ ਵੀ ਕਲਾ ਚਾਹੀਦੀ ਹੈ। ਗੁਰਮੁਖੋ ਬਹੁਤ ਵੱਡੀ ਕਲਾ ਚਾਹੀਦੀ ਹੈ, ਆਮ ਬੰਦਾ ਟੋਇਆ ਨਹੀਂ ਪੁੱਟ ਸਕਦਾ। ਇੱਕ ਆਮ ਟੋਇਆ ਪੁੱਟ ਦੇਣਾ, ਚਲੋ ਜੋ ਖੇਤੀ ਕਿਰਸਾਨੀ ਕਰਦੇ ਆ ਉਹ ਕਈ ਚੁੱਕ ਕੇ ਪੁੱਟ ਦਿੰਦੇ। ਹੁਣ ਨੀਂਹ ਪੁੱਟਣੀ ਹੋਵੇ, ਮਿਸਤਰੀ ਨੂੰ ਪਤਾ ਵੀ ਨੀਂਹ ਕਿਵੇਂ ਪੁੱਟੀ ਜਾਏਗੀ। ਆਮ ਜਿਹੜਾ ਬੰਦਾ ਉਹ ਸ਼ਾਇਦ ਨੀਂਹ ਨਹੀਂ ਪੁੱਟ ਸਕੇਗਾ। ਮਿਸਤਰੀ ਨੂੰ ਪਤਾ ਹੈ ਕਿੰਨੀ ਚੌੜਾਈ ਹੋਵੇ, ਕਿੱਥੋਂ ਤੱਕ ਨੀਂਹ ਪੁੱਟੀ ਜਾਵੇ, ਕਿਸ ਤਰੀਕੇ ਦੇ ਨਾਲ ਨੀਂਹ ਪੁੱਟੀ ਜਾਵੇ, ਤਾਂ ਜਾ ਕਰਕੇ ਮਕਾਨ ਜਿਹੜਾ ਉਹ ਸੋਹਣਾ ਖੜੇਗਾ। ਤੁਸੀਂ ਦੇਖਿਆ ਹੈਗਾ ਪਹਿਲੇ ਸਮੇਂ 'ਚ ਖੂਹਾਂ ਪੁੱਟਦੇ ਸੀਗੇ। ਆਪਾਂ ਘਰਾਂ ਦੇ ਵਿੱਚ ਖੂਹੀ ਪੁੱਟ ਕੇ, ਜੋ ਪੁਰਾਣੇ ਸਮੇਂ ਦੇ ਅੰਦਰ ਮਲ ਤਿਆਗ ਕਰਨਾ, ਭਾਵ ਆਪਾਂ ਵਾਸ਼ਰੂਮ ਜਿਹੜੇ ਬਣਾਉਣੇ, ਉਹਦੇ ਲਈ ਖੂਹੀ ਪੁੱਟੀ ਜਾਂਦੀ ਸੀਗੀ। ਅੱਜ ਵੀ ਕਿਤੇ ਨਾ ਕਿਤੇ ਉਹ ਹੈ। ਉਹ ਖੂਹੀ ਜਿਹੜੀ ਹੈ ਕਾਫੀ ਡੂੰਘੀ 25-30 ਫੁੱਟ ਤੱਕ ਉਹ ਥੱਲੇ ਪੁੱਟ ਦਿੰਦੇ ਨੇ ਕਈ ਵਾਰ, ਤੇ ਉਹਦੀ ਕੋਈ ਚੌੜਾਈ ਬਹੁਤ ਜ਼ਿਆਦਾ ਨਹੀਂ ਹੁੰਦੀ, ਕੋਈ 4 ਫੁੱਟ 3 ਫੁੱਟ ਇੰਨੀ ਕੁ ਉਹਦੀ ਗੋਲ ਚੌੜਾਈ ਹੁੰਦੀ ਹੈ। ਉਹਦੇ ਵਿੱਚ ਕਈ ਦਫਾ ਬੰਦਾ ਜਿਹੜਾ ਪੁੱਟਦਾ ਇਹਨਾਂ ਨੂੰ, ਉਹਦੇ ਤੋਂ ਪ੍ਰੋਪਰ ਘੁੰਮਿਆ ਨਹੀਂ ਜਾ ਰਿਹਾ ਹੁੰਦਾ, ਪਰ ਉਹ ਇੱਕ ਕਲਾ ਹੈ। ਆਮ ਬੰਦਾ ਖੂਹੀ ਨਹੀਂ ਪੁੱਟ ਸਕਦਾ। ਬੜੇ ਐਸੇ ਹਾਦਸੇ ਵੀ ਹੋ ਜਾਂਦੇ ਨੇ ਕਿ ਖੂਹੀ ਪੁੱਟਦਿਆਂ ਖੂਹੀ ਡਿੱਗ ਪੈਂਦੀ ਹੈ। ਮੋਟਰਾਂ ਲਾਉਣ ਵਾਸਤੇ ਵੀ ਪਹਿਲੇ ਸਮਿਆਂ 'ਚ ਖੂਹੀਆਂ ਪੁੱਟੀਆਂ ਜਾਂਦੀਆਂ ਸੀ। ਉਹ ਟੋਇਆ ਹੈ ਇੱਕ, ਪਰ ਉਸ ਟੋਏ ਨੂੰ ਪੁੱਟਣ ਵਾਸਤੇ ਵੀ ਇੱਕ ਪੜ੍ਹਾਈ ਹੈ, ਜੋ ਆਪਣੀ ਪੀੜ੍ਹੀ ਦਰ ਪੀੜ੍ਹੀ ਆਪਣੇ ਬਜ਼ੁਰਗਾਂ ਤੋਂ ਸਿੱਖਦੇ ਸੀ, ਸਮਝਦੇ ਸੀ। ਐਵੇਂ ਨਹੀਂ ਸੀ ਕਈ ਫੜ ਕੇ ਉਹ ਖੂਹੀ ਪੁੱਟਣ ਤੁਰ ਜਾਂਦੇ। ਬਿਲਕੁਲ ਸਿੱਧੀ ਖੂਹੀ ਹੁੰਦੀ ਹੈ, ਜੇ ਮਾੜੀ ਮੋਟੀ ਟੇਢੀ ਹੋ ਗਈ ਤੇ ਸਾਰੀ ਉਹਦੇ ਉੱਤੇ ਜਾ ਪੈਂਦੀ ਹੈ। ਸੋ ਇਸ ਕਰਕੇ ਇਹਨਾਂ ਅਰਥਾਂ ਨੂੰ ਬਾਰੀਕੀ 'ਚ ਸਮਝਾਂਗੇ ਤਾਂ ਸਾਹਿਬ ਕਹਿੰਦੇ ਇਹ ਵੀ ਇੱਕ ਵਿਦਿਆ ਹੈ। ਬੇੜੀਆਂ ਚਲਾਉਣੀਆਂ ਹੋ ਗਈਆਂ, ਗੱਡੇ ਲੱਦਣੇ ਹੋ ਗਏ, ਸਾਥ ਪ੍ਰਾਪਤ ਕਰਨਾ, ਫਿਰ ਊਠਾਂ ਨੂੰ ਚਲਾਉਣਾ, ਹਾਥੀਆਂ ਨੂੰ ਮਹਾਵਤ ਬਣ ਕੇ ਚਲਾਉਣਾ। ਫਿਰ ਇਸ ਤੋਂ ਬਾਅਦ ਗੱਡੀ ਹੈ ਖਾਤ, ਟੋਏ ਪੁੱਟਣੇ, ਉਹਨਾਂ ਨੂੰ ਗੱਡਣਾ, ਟੋਇਆਂ ਨੂੰ ਗੱਡਣਾ। ਪੜ੍ਹੀ ਇਹ ਜੇਤੇ ਬਰਸ ਬਰਸ, ਪੜ੍ਹੀ ਇਹ ਜੇਤੇ ਮਾਸ। ਹੁਣ ਇੱਥੇ ਵੀ ਇੱਕ ਜ਼ਿਕਰ ਕਰਾਂ, ਵਰਸਾਂ ਨੂੰ ਪੜ੍ਹਨਾ ਵੀ ਇੱਕ ਵਿਦਿਆ ਹੈ। ਇਹਨੂੰ ਬਾਰੀਕੀ 'ਚ ਜਾ ਕੇ ਜਦੋਂ ਆਪ ਜੀ ਸਮਝੋਗੇ ਨਾ, ਇਸ ਤਰ੍ਹਾਂ ਹੈ ਜਿਵੇਂ ਆਪਣੀ ਉਮਰ ਦੱਸੇ ਕੋਈ ਬੰਦਾ ਤੇ ਉਹ ਕਹੇਗਾ ਮੈਂ ਜੀ 30 ਸਾਲਾਂ ਦਾ, ਮੈਂ ਜੀ 25 ਸਾਲਾਂ ਦਾ, ਮੈਂ ਜੀ 35 ਸਾਲਾਂ ਦਾ। ਜਦੋਂ ਆਪਣੀ ਉਮਰ ਨੂੰ ਦੱਸਣ ਲੱਗੋਗੇ ਨਾ, ਉਦੋਂ ਕੀ ਹੋਏਗਾ, ਸ਼ਬਦ ਹੀ ਵਰਤੋਗੇ ਨਾ। 25 ਕਹੋਗੇ ਤੇ ਸ਼ਬਦ ਹੈ,
ਗਿਣਤੀ ਹੈ 25 2 ਤੇ 5 ਇੱਕ ਗਿਣਤੀ ਦਾ ਸ਼ਬਦ ਤੁਹਾਨੂੰ ਵਰਤਣਾ ਪਏਗਾ। ਜੇ ਉਹਦੇ ਬਾਰੇ ਤੁਹਾਨੂੰ ਕੋਈ ਸਮਝ ਹੈ ਤਾਂ ਹੀ ਵਰਤ ਰਹੇ ਹੋ ਨਾ, ਨਹੀਂ ਸਮਝ ਤੇ ਕਿਵੇਂ ਵਰਤ ਦੋਗੇ। ਇਹਦੀ ਇੱਕ ਉਦਾਹਰਣ ਦੇਵਾਂ। ਬਚਪਨ ਦੇ ਵਿੱਚ ਤਕਰੀਬਨ ਹਰ ਮਨੁੱਖ ਨਾਲ ਇਹ ਹੋਇਆ ਹੋਵੇਗਾ ਜਿੰਨੇ ਆਪਾਂ ਬੈਠੇ ਹਾਂ, ਜਦੋਂ ਘੜੀ ਦੀਆਂ ਸੂਈਆਂ ਦੇ ਨੰਬਰਾਂ ਦਾ ਨਹੀਂ ਸੀ ਪਤਾ ਹੁੰਦਾ, ਜੇ ਕਿਸੇ ਨੇ ਪੁੱਛਣਾ ਵੀ ਟਾਈਮ ਕਿੰਨਾ ਹੋਇਆ, ਤੇ ਅੱਜ ਵੀ ਕੁਝ ਬੱਚੇ ਨੇ, ਆਪਾਂ ਵੀ ਬਚਪਨ 'ਚ ਇੰਝ ਕਰਦੇ ਰਹੇ ਹਾਂ, ਜਦੋਂ ਕਿਸੇ ਨੇ ਪੁੱਛਣਾ ਟਾਈਮ ਕੀ ਤੇ ਆਪਾਂ ਦੱਸਦੇ ਹੁੰਦੇ ਸੀ ਵੱਡੀ ਸੂਈ ਜਿਹੜੀ ਹੈ ਉਹ 3 ਤੇ ਆ ਗਈ ਹੈ ਤੇ ਛੋਟੀ ਸੂਈ ਜਿਹੜੀ ਉਹ ਜੀ 12 ਦੇ ਉੱਤੇ ਹੈ। ਸਮਝ ਨਹੀਂ ਸੀ ਆਉਂਦੀ ਵੀ ਕਿੰਨਾ, ਤੇ ਸਾਹਮਣੇ ਵਾਲਾ ਅੰਦਾਜ਼ਾ ਲਾ ਲੈਂਦਾ ਸੀ ਵੀ ਹਾਂ 12:15 ਹੋ ਗਏ ਨੇ। ਸੋ ਇਸ ਤਰ੍ਹਾਂ ਅੱਖਰਾਂ ਦੀ ਸੋਝੀ ਰੱਖਣੀ ਵੀ ਇੱਕ ਪੜ੍ਹਾਈ ਹੈ। ਮੈਂ ਜ਼ਿਕਰ ਕਰਾਂ, ਇਹਨਾਂ ਸਾਲਾਂ ਨੂੰ ਪੜ੍ਹਨਾ ਵੀ ਇੱਕ ਵਿੱਦਿਆ ਹੈ। ਫਿਰ ਇਹਨਾਂ ਸਾਲਾਂ ਨੂੰ ਜੋਤਿਸ਼ ਵਾਲੇ ਪੜ੍ਹਦੇ ਸਨ, ਫਿਰ ਮਾਸ ਮਹੀਨਿਆਂ ਨੂੰ ਪੜ੍ਹਨਾ। ਹੁਣ ਜਨਵਰੀ, ਫਰਵਰੀ, ਅੱਜ ਦੇ ਮਹੀਨੇ, ਇਸ ਤੋਂ ਪਹਿਲਾਂ ਚੇਤ, ਹਾੜ, ਜੇਠ, ਸਾਉਣ, ਭਾਦੋਂ ਆਦਿਕ ਮਹੀਨੇ, ਦੇਸੀ 12 ਮਾਹ ਜਦੋਂ ਪੜ੍ਹੇ ਜਾਂਦੇ ਸਨ, ਦੇਸੀ ਮਹੀਨੇ ਪੜ੍ਹੇ, ਉਹ ਵੀ ਇੱਕ ਪੜ੍ਹਾਈ ਸੀ। ਸਾਡੇ ਬਜ਼ੁਰਗਾਂ ਨੂੰ ਆਉਂਦੀ ਸੀਗੀ, ਉਹ ਮਹੀਨਿਆਂ ਨੂੰ ਗਿਣਦੇ। ਫਿਰ ਸਾਲ ਦੇ ਵਿੱਚ 365 ਦਿਨ ਹੁੰਦੇ ਸੀ, ਇੱਕ ਪੜ੍ਹਾਈ ਸੀ ਜੋ ਸਮਝ ਆਉਂਦੀ ਸੀ ਦੁਨੀਆਦਾਰੀ ਵਿੱਚੋਂ, ਕਿਹੜੇ ਮਹੀਨੇ 'ਚ 31 ਦਿਨ ਨੇ, ਕਿਹੜੇ ਮਹੀਨੇ ਦੇ ਵਿੱਚ 29 ਦਿਨ ਨੇ, ਤੇ ਦੇਸੀ ਮਹੀਨਿਆਂ ਦੇ ਵਿੱਚੋਂ 2 ਮਹੀਨਿਆਂ ਦੇ ਵਿੱਚ 32 ਦਿਨ ਵੀ ਆਉਂਦੇ ਨੇ, ਤੇ ਅੰਗਰੇਜ਼ੀ ਮਹੀਨਿਆਂ ਦੇ ਵਿੱਚ 31, 28, 30 ਜਾਂ 29 ਲੀਵ ਦਾ ਸਾਲ ਫਰਵਰੀ। ਸੋ ਇਸ ਤਰ੍ਹਾਂ ਸਾਲਾਂ ਨੂੰ ਪੜ੍ਹਨਾ ਤੇ ਮਹੀਨਿਆਂ ਨੂੰ ਪੜ੍ਹਨਾ, ਇਹ ਵੀ ਇੱਕ ਵਿੱਦਿਆ ਹੈ। ਤਾਂ ਸਾਹਿਬ ਕਹਿੰਦੇ ਵਰਸਾਂ ਨੂੰ ਸਮਝਾਉਣ ਵਾਲੀ ਵਿੱਦਿਆ ਪੜ੍ਹ ਲਵੇ, ਮਹੀਨਿਆਂ ਨੂੰ ਸਮਝਣ ਵਾਲੀ ਵਿੱਦਿਆ ਵੀ ਪੜ੍ਹ ਲਏ। ਫਿਰ ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ, ਆਪਣੀ ਉਮਰ ਨੂੰ ਪੜ੍ਹ, ਫਿਰ ਆਪਣੀ ਆਰਜਾ ਉਮਰ ਦੀ ਗਿਣਤੀ ਜਿਹੜੀ ਇਹਨੂੰ ਵੀ ਪੜ੍ਹ ਲਵੇ। ਤੇ ਕਈ ਦਫਾ ਮੈਂ ਜ਼ਿਕਰ ਕਰਦਾ, ਬੰਦਾ ਇੱਕ ਸ਼ਬਦ ਕਹਿੰਦਾ, ਮੈਂ ਜੀ ਸੰਸਾਰ ਤਾਂ ਬਹੁਤਾ ਨਹੀਂ ਪੜ੍ਹਿਆ, ਸੰਸਾਰਿਕ ਭਾਸ਼ਾ, ਪਰ ਵੈਸੇ ਮੈਂ ਸੰਸਾਰ ਨੂੰ ਬਹੁਤ ਪੜ੍ਹ ਲਿਆ, ਮੈਂ ਬਹੁਤ ਕੁਝ ਜਾਣਦਾ ਲੋਕਾਂ ਦੇ ਬਾਰੇ। ਇਹ ਸਭ ਪੜ੍ਹਨਾ ਹੀ ਤੇ ਹੈ। ਜਦੋਂ ਕਿਸੇ ਕਿਤਾਬ ਨੂੰ ਪੜ੍ਹਦੇ ਹੋ, ਕਿਤਾਬ ਦੇ ਬਾਰੇ ਵਿੱਚ ਜਾਣਦੇ ਹੋ, ਤੇ ਜਦੋਂ ਕਿਸੇ ਮਨੁੱਖ ਦੇ ਬਾਰੇ ਵਿੱਚ ਜਾਣਦੇ ਹੋ, ਤੇ ਇਹਦਾ ਅਰਥ ਇਹੀ ਹੈ ਨਾ ਕਿ ਤੁਸੀਂ ਮਨੁੱਖ ਨੂੰ ਪੜ੍ਹ ਲਿਆ। ਤਾਂ ਸਾਹਿਬ ਕਹਿੰਦੇ ਸਾਰੀ ਜ਼ਿੰਦਗੀ ਮਨੁੱਖਾਂ ਨੂੰ, ਦੁਨੀਆ ਨੂੰ ਪੜ੍ਹਦਾ ਰਵੇ, ਤੇ ਇੱਕ ਇੱਕ ਸਾਹ ਜਿਹੜਾ ਜ਼ਿੰਦਗੀ ਦਾ ਉਹ ਦੁਨੀਆ ਦੇ ਤਜਰਬਿਆਂ ਦੇ ਵਿੱਚ ਗੁਜ਼ਾਰ ਦਿੱਤਾ ਹੋਵੇ। ਪਰ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਸਾਹਿਬ ਜੀ ਕਹਿੰਦੇ ਲੇਖੇ ਦੇ ਵਿੱਚ ਇੱਕ ਹੀ ਗੱਲ ਪੈਣੀ ਹੈ, ਬਾਕੀ ਤੇ ਸਾਰਾ ਕੁਝ ਜਿਹੜਾ ਉਹ ਚੱਖ ਮਾਰਨਾ ਹੈ। ਕਿਉਂਕਿ ਜਦੋਂ ਪੜ੍ਹਨ ਦੀ ਬਾਤ ਆਉਂਦੀ, ਜੇ ਹੰਕਾਰ ਆ ਗਿਆ ਤਾਂ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ, ਜਿਸ ਲੱਭ ਲੋਭ ਅਹੰਕਾਰਾ। ਜਿਹਨੂੰ ਹੰਕਾਰ ਆ ਗਿਆ ਪੜ੍ਹਨ ਤੋਂ ਉਪਰੰਤ, ਉਹਨੂੰ ਸਾਹਿਬ ਨੇ ਮੂਰਖ ਵੀ ਕਿਹਾ। ਪਰ ਜੇ ਹੰਕਾਰੀ ਨਾ ਹੋਇਆ ਤੇ ਸਾਹਿਬ ਨੇ ਵੀ ਬਚਨ ਕਿਹਾ, ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ, ਕਿ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ ਕੁਝ ਪੜ੍ਹ ਵੀ, ਪਰ ਐਸਾ ਨਾ ਹੋਵੇ ਕਿ ਤੂੰ ਪੜ੍ਹ ਕੇ ਹੰਕਾਰੀ ਹੋ ਜੇ। ਫਿਰ ਉਹਨੂੰ ਸਾਹਿਬ ਨੇ ਕਿਹਾ ਪੜ੍ਹਿਆ ਮੂਰਖ ਆਖੀ ਹੈ, ਜਿਸ ਲੱਭ ਲੋਭ ਅਹੰਕਾਰਾ। ਸਾਹਿਬ ਦਾ ਇੱਕ ਬਚਨ ਪੜ੍ਹਦੇ ਹੋ, ਸਤੀ ਪਹਿਰੀ ਸਤ ਭਲਾ ਬਹੀ ਹੈ ਪੜ੍ਹਿਆ ਪਾਸ, ਕਿ ਇੰਜ ਕਰਿਆ ਕਰ ਜ਼ਿੰਦਗੀ 'ਚ ਜਿੰਨਾ ਵੱਧ ਤੋਂ ਵੱਧ ਸਮਾਂ ਮਿਲੇ ਨਾ, ਉਹ ਇੱਕ ਅੱਧਾ ਪਹਿਰ ਜਿਹੜਾ ਉਹ ਪੜ੍ਹਿਆਂ ਦੇ ਕੋਲ, ਜਿਨ੍ਹਾਂ ਨੇ ਜੀਵਨ ਨੂੰ ਪੜ੍ਹਿਆ, ਜਿਨ੍ਹਾਂ ਨੇ ਆਪਣੇ ਨਿਜ ਸਰੂਪ ਨੂੰ ਪੜ੍ਹਿਆ, ਉਹਨਾਂ ਦੇ ਕੋਲ ਬਹਿਣਾ ਕਰਿਆ ਕਰ। ਇਸ ਲਈ ਭਗਤ ਕਬੀਰ ਜੀ ਨੇ ਇੱਕ ਸ਼ਬਦ ਵਰਤਿਆ, ਕਬੀਰ ਮੈਂ ਜਾਣਿਓ ਪੜ੍ਹਬਿਓ ਭਲੋ, ਪੜ੍ਹਬੇ ਸੋ ਭਲ ਜੋਗ। ਕਿ ਮੈਂ ਸਮਝਿਆ ਸੀ ਪੜ੍ਹਨਾ ਬੜਾ ਚੰਗਾ, ਫਿਰ ਪੜ੍ਹਨ ਦੇ ਨਾਲੋਂ ਮੈਨੂੰ ਜੋਗ ਚੰਗਾ ਲੱਗਾ, ਪਰ ਜੋਗ ਤੋਂ ਬਾਅਦ ਵੀ ਸਮਝ ਆਈ ਇਹ ਦੋਨੋਂ ਹੀ ਵਿਅਰਥ। ਕਿਉਂ? ਜੋਗੀ ਨੇ ਜੋਗ ਕਰਕੇ ਹੰਕਾਰ ਪਾ ਲਿਆ, ਤੇ ਪੜ੍ਹਾਕੂ ਨੇ 4 ਕਿਤਾਬਾਂ ਪੜ੍ਹ ਕੇ ਜਿਹੜਾ ਸੀ ਉਹ ਹੰਕਾਰ ਪ੍ਰਾਪਤ ਕਰ ਲਿਆ। ਇਸ ਲਈ ਸਾਹਿਬ ਜੀ ਇੱਥੇ ਸਮਝਾਉਂਦੇ ਕਿ ਹਉਮੈ ਦੇ ਵਿੱਚ ਸਾਰੇ ਜਿਹੜੇ ਹਨ ਉਹ ਪੜ੍ਹ ਕੇ ਆਪਣਾ ਜੀਵਨ ਜਿਹੜਾ ਉਹ ਵਿਅਰਥ ਗਵਾ ਦਿੱਤਾ। ਜੇ ਹਉਮੈ 'ਚ ਪੜ੍ਹਿਆ ਹੰਕਾਰੀ ਹੋ ਗਿਆ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਹ। ਤਾਂ ਸਾਹਿਬ ਜੀ ਕਹਿੰਦੇ ਲੇਖੇ ਦੇ ਵਿੱਚ ਕੇਵਲ ਇੱਕ ਗੱਲ ਪੈਣੀ ਹੈ, ਇੱਕ ਅੱਖਰ ਲੇਖੇ ਦੇ ਵਿੱਚ ਪੈਣਾ ਹੈ, ਬਾਕੀ ਹਉਮੈ ਨੂੰ ਸਿਰਫ ਪੱਠੇ ਪਾਉਣ ਵਾਲੀ ਗੱਲ ਹੈ ਕਿ ਪੜ੍ਹ ਕੇ ਡਿਗਰੀ ਲਾ ਲਈ, ਮਗਰ ਮੈਂ ਇੰਨਾ ਪੜ੍ਹ ਗਿਆ, ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਮੈਂ ਇੰਨੇ ਗ੍ਰੰਥ ਪੜ੍ਹ ਲਏ। ਬੜੇ ਲੋਕ ਇਸ ਤਰ੍ਹਾਂ ਦੇ ਵੇਖੇ ਜਿਹੜੇ ਸਿਰਫ ਆਪਣੇ ਗ੍ਰੰਥਾਂ ਨੂੰ ਸ਼ਿੰਗਾਰ ਬਣਾ ਕੇ ਦੁਨੀਆ ਨੂੰ ਦੱਸਦੇ ਜੀ ਮੇਰੇ ਕੋਲ ਇੰਨੇ ਨੇ। ਜੇ ਪੁੱਛੋ ਪੜ੍ਹੇ ਕਿੰਨੇ, ਪੜ੍ਹਿਆ ਇਹਨਾਂ 'ਚੋਂ ਕੋਈ ਨਹੀਂ, ਬਸ ਇੰਨੇ ਰੱਖੇ ਜ਼ਰੂਰ ਨੇ, ਮੈਂ ਇਹਨੇ ਸੰਭਾਲੇ ਜ਼ਰੂਰ ਹੋਏ ਨੇ। ਤਾਂ ਸਾਹਿਬ ਜੀ ਇੱਥੇ ਸਮਝਾਉਂਦੇ ਨੇ ਪੜ੍ਹਨ ਦੇ ਨਾਲ ਕੇਵਲ ਹੰਕਾਰ ਨਾ ਕਰੀ, ਪੜ੍ਹ ਬਾਹਰੋਂ, ਉਸ ਤੋਂ ਬਾਅਦ ਆਪਣੇ ਆਪੇ ਨੂੰ ਪੜ੍ਹ, ਆਪਣੇ ਆਪੇ ਨੂੰ
ਜਾਣਨਾ ਕਰ। ਸੋ ਇਸ ਪਾਵਨ ਸ਼ਲੋਕ ਦਾ ਪਹਿਲਾ ਪੜਾਅ ਹੈ। ਆਓ ਦੂਸਰੇ ਅਗਲੇ ਪੜਾਅ ਦੇ ਅੰਦਰ, ਅਗਲੇ ਦੀਵਾਨ ਅੰਦਰ ਆਪਾਂ ਜੋ ਸਾਹਿਬ ਜੀ ਇਸ ਸ਼ਲੋਕ ਅੰਦਰ ਅਗਲੀਆਂ ਬਖਸ਼ਿਸ਼ਾਂ ਕਰਦੇ ਉਹ ਸਰਵਣ ਕਰਾਂਗੇ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।